ਸਾਰੇ ਵਿਦਿਆਰਥੀਆਂ ਨੂੰ ਸਤਿ ਸ਼੍ਰੀ ਅਕਾਲ। ਪਿਛਲੇ ਲੈਕਚਰ ਦੇ ਵਿੱਚ ਆਪਾਂ ਫਿਕਸ਼ਨ ਚੈਪਟਰ ਸ਼ੁਰੂ ਕੀਤਾ ਸੀ। ਇਹਦੇ ਬਾਰੇ ਸਮਝਿਆ ਸੀ ਕਿ ਫਿਕਸ਼ਨ ਹੁੰਦਾ ਕੀ ਹੈ ਤੇ ਇਹਦੇ ਵਿੱਚ ਆਪਾਂ ਫਾਰਮੂਲੇ ਪੜ੍ਹੇ ਸੀਗੇ ਕਿ ਫ੍ਰਿਕਸ਼ਨ ਕੀ ਹੋਊਗਾ, ਹਮੇਸ਼ਾ ਇਹ ਡਾਇਰੈਕਸ਼ਨ ਨੂੰ ਅਪੋਜ਼ ਕਰੇਗਾ, ਜੋ ਮੋਸ਼ਨ ਹੋਊਗਾ ਉਹਨੂੰ ਅਪੋਜ਼ ਕਰੇਗਾ। ਜੇ ਫੋਰਸ ਆਪਾਂ ਅੱਗੇ ਲਾ ਰਹੇ ਹਾਂ ਤਾਂ ਫ੍ਰਿਕਸ਼ਨ ਪਿੱਛੇ ਪਾਸੇ ਹੋਏਗੀ ਤੇ ਫ੍ਰਿਕਸ਼ਨ ਕਿੰਨੀ ਹੋਊਗੀ, ਜੋ ਨਾਰਮਲ ਰਿਐਕਸ਼ਨ ਹੈਗੀ ਆ ਆਰ ਉਹਦਾ ਮਿਊ ਹੋਏਗਾ। ਤਾਂ ਮਿਊ ਆਰ ਜੋ ਹੈ ਇਹ ਫੋਰਸ ਲੱਗ ਰਹੀ ਹੈ, ਇਹ ਮਿਊ ਆਰ ਨੂੰ ਕਹਾਂਗੇ ਆਪਾਂ ਮੈਕਸਿਮਮ ਫ੍ਰਿਕਸ਼ਨ ਜਾਂ ਫ੍ਰਿਕਸ਼ਨ ਵਰਡ ਪਾਇਆ ਸੀ, ਫ੍ਰਿਕਸ਼ਨ ਜਾਂ ਮੈਕਸਿਮਮ ਫ੍ਰਿਕਸ਼ਨ ਕਿਹਾ ਸੀ ਆਪਾਂ। ਇੱਕ ਕਿਹਾ ਸੀ ਮਿਊ ਜੋ ਹੁੰਦਾ ਹੈਗਾ ਉਹ ਟੈਨ ਲੈਂਡਾ ਹੁੰਦਾ, ਮਿਊ ਕਿਹਾ ਸੀ ਆਪਾਂ ਨੇ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ, ਤੇ ਲੈਂਡਾ ਕਿਹਾ ਸੀ ਆਪਾਂ ਨੇ ਐਂਗਲ ਆਫ ਫ੍ਰਿਕਸ਼ਨ। ਇਹ ਲੈਂਡਾ ਕੀ ਹੁੰਦਾ ਸੀ, ਨਾਰਮਲ ਰਿਐਕਸ਼ਨ ਅਤੇ ਫ੍ਰਿਕਸ਼ਨ ਦਾ ਜੋ ਰਿਜ਼ਲਟੈਂਟ ਹੈ ਉਹ ਬਣਾ ਲਾਂਗੇ ਐਸ। ਰਿਜ਼ਲਟੈਂਟ ਅਤੇ ਨਾਰਮਲ ਰਿਐਕਸ਼ਨ ਦੇ ਵਿੱਚ ਜੋ ਐਂਗਲ ਹੋਊਗਾ ਉਹਨੂੰ ਆਪਾਂ ਕਹਾਂਗੇ ਐਂਗਲ ਆਫ ਫ੍ਰਿਕਸ਼ਨ। ਐਂਗਲ ਦੀ ਫਿਲਹਾਲ ਗੱਲ ਇਹ 'ਚ ਘੱਟ ਹੀ ਹੋਊਗੀ ਜੀ, ਮੇਨ ਇਹ ਨੈਕਸਟ ਐਕਸਰਸਾਈਜ਼ ਯੂਜ਼ ਹੋਊਗਾ, ਮੇਨ ਇਹ ਥੋੜੀ ਮੋਟੀ ਗੱਲ ਹੋਊਗੀ। ਜਿਹੜੀ ਐਕਸਰਸਾਈਜ਼ ਕਰਨੀ ਹੈਗੀ ਆ ਉਹਦੇ 'ਚ ਮੇਨ ਫ੍ਰਿਕਸ਼ਨ ਦੀ ਗੱਲ ਹੀ ਜ਼ਿਆਦਾ ਹੋਊਗੀ। ਚਲੋ ਆਪਾਂ ਦੇਖਦੇ ਹਾਂ ਇਹ ਸਮਝਣ ਵਾਸਤੇ। ਹੁਣ ਇਹ 'ਚ ਪਹਿਲਾਂ ਕਿਹਾ ਸੀ, ਪਿਛਲੇ ਲੈਕਚਰ ਦੱਸਿਆ ਸੀਗਾ, ਇਸ ਕਨਸੈਪਟ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈਗੀ, ਬਸ ਇੱਕੋ ਗੱਲ ਹੈਗੀ ਕਿ ਫ੍ਰਿਕਸ਼ਨ ਦੀ ਡਾਇਰੈਕਸ਼ਨ ਕਿੱਦਾਂ ਬਣਾਉਣੀ ਹੈ ਤੇ ਫ੍ਰਿਕਸ਼ਨ ਹੁੰਦੀ ਕੀ ਹੈ, ਮਿਊ ਆਰ ਹੁੰਦੀ ਹੈ ਤੇ ਡਾਇਰੈਕਸ਼ਨ ਕਿੱਦਾਂ ਬਣਾਉਣੀ ਹੈਗੀ ਹੈ। ਬਾਕੀ ਜੋ ਕਨਸੈਪਟ ਹੈ ਇਹਦਾ ਉਵੇਂ ਹੈ, ਐਕਸ ਵਾਈ ਵਾਲਾ ਕਨਸੈਪਟ ਆਪਾਂ ਜ਼ਿਆਦਾ ਯੂਜ਼ ਕਰਾਂਗੇ, ਮੂਵਮੈਂਟ ਵਾਲਾ ਕਨਸੈਪਟ ਵਿੱਚ ਯੂਜ਼ ਹੋ ਸਕਦਾ। ਮੂਵਮੈਂਟ ਵਾਲਾ ਕਨਸੈਪਟ ਤੇ ਐਕਸ ਵਾਈ ਵਾਲੇ ਰਿਜ਼ੋਲਵਡ ਪਾਰਟ ਵਾਲਾ ਕਨਸੈਪਟ 'ਚ ਉਹ ਜ਼ਿਆਦਾ ਯੂਜ਼ ਹੋਊਗਾ। ਸੋ ਸਮਝਣ ਵਾਸਤੇ ਮੈਂ ਕੁਐਸਚਨ ਕਰਵਾ ਰਿਹਾ, ਉਹ ਧਿਆਨ ਦਿਓ। ਸਟੇਟਮੈਂਟ ਪੜ੍ਹ ਰਹੇ, ਸਟੇਟਮੈਂਟ ਤੁਸੀਂ ਚੈੱਕ ਕਰ ਲਓ। A heavy block with a plane base is resting on a rough horizontal plane. It is acted on by a force at an inclination of 45 degree to the plane, and the force is gradually increased till the block is going to slide. If the coefficient of friction be half, compare the force with the weight of block. ਕੰਪੇਅਰ ਹੁੰਦਾ ਹੋਗਾ ਕਿ ਫੋਰਸ ਅਪੋਨ weight ਦੀ ਆਪਾਂ ਨੇ ਰੇਸ਼ੋ ਫਾਈਂਡ ਕਰਨੀ ਹੈ। ਸੋ ਦੇਖਦੇ ਹਾਂ ਹੁਣ ਜਿਹੜੇ ਬੱਚੇ ਕੰਮ ਘਰੇ ਕਰ ਰਹੇ ਹੋਣਗੇ ਪ੍ਰੋਪਰ, ਉਹਨੂੰ ਲੱਗ ਜਾਣਾ ਪਤਾ ਕਿ ਨਵੀਂ ਚੀਜ਼ ਕੀ ਆਈ ਆ। ਜਿਹੜਾ ਪਹਿਲਾਂ ਕੰਮ ਕਰਦੇ ਆ ਰਹੇ ਪਿਛਲੇ ਚੈਪਟਰਾਂ ਵਿੱਚ ਸਮੂਥ ਦੀ ਗੱਲ ਹੁੰਦੀ, ਸਮੂਥ ਪਲੇਨ, ਸਮੂਥ ਸਰਕਲ, ਸਮੂਥ ਹਿੰਜ। ਹੁਣ ਇਹ 'ਚ ਵਰਡ ਯੂਜ਼ ਕੀਤਾ ਉਹਨਾਂ ਨੇ ਰਫ ਹੌਰੀਜ਼ੋਂਟਲ ਪਲੇਨ। ਰਫ ਤੋਂ ਲੱਗ ਜਾਊਗਾ ਆਈਡੀਆ ਕਿ ਰਫ ਦਾ ਮਤਲਬ ਕਿ ਇਹ 'ਚ ਖੁਰਦਰਾਪਨ ਆ ਗਿਆ, ਜਿੱਥੇ ਰਫਨੈਸ ਆ ਜਾਏ ਉੱਥੇ ਫ੍ਰਿਕਸ਼ਨ ਦੀ ਗੱਲ ਹਮੇਸ਼ਾ ਹੋਊਗੀ ਜੀ। ਇਹ ਫ੍ਰਿਕਸ਼ਨ ਦੀ ਕੁਐਸਚਨ ਆ ਗਿਆ। ਸੋ ਦੇਖੋ ਦਿੱਤਾ ਕੀ ਹੋਇਆ ਆਪਾਂ ਨੂੰ, ਇੱਕ ਹੌਰੀਜ਼ੋਂਟਲ ਰਫ ਹੌਰੀਜ਼ੋਂਟਲ ਪਲੇਨ ਆ, ਚਲੋ ਫ੍ਰਿਕਸ਼ਨ ਦੀ ਗੱਲ ਹੋਊਗੀ ਇਹਦੇ ਵਿੱਚ। ਇੱਕ ਬਲੌਕ ਆ, ਉਹਦਾ ਬੇਸ ਕੀ ਆ, ਬੇਸ ਉਹ ਪਲੇਨ ਮਤਲਬ ਕਿ ਪੂਰਾ ਬਲੌਕ ਜੋ ਹੈ ਉਹ ਟੱਚ ਕਰ ਰਿਹਾ ਹੈਗਾ, ਬਲੌਕ ਦਾ ਜੋ ਬਾਟਮ ਹੈਗਾ ਇਹ ਪੂਰਾ ਟੱਚ ਕਰ ਰਿਹਾ ਹੌਰੀਜ਼ੋਂਟਲ ਪਲੇਨ ਜਾਂ ਗਰਾਊਂਡ ਕਹਿ ਲਓ, ਗਰਾਊਂਡ ਨੂੰ ਟੱਚ ਕਰ ਰਿਹਾ। ਇਹਦਾ ਕੋਈ ਨਾ ਕੋਈ weight ਹੋਊਗਾ, ਪਤਾ ਨਹੀਂ weight ਕਿੰਨਾ ਹੋਊਗਾ। ਜੇ weight ਹੋਊਗਾ ਉਸ ਹਿਸਾਬ ਨਾਲ ਫਿਰ ਐਕਸ਼ਨ ਵੀ ਆਏਗੀ, ਐਕਸ਼ਨ ਹੋ ਰਿਹਾ ਤੇ ਰਿਐਕਸ਼ਨ ਵੀ ਆਏਗੀ। ਚਲੋ ਇਹ ਹੋ ਗਿਆ ਆਪਣੇ ਕੋਲ, ਉਹਨਾਂ ਦਿੱਤਾ ਹੋਇਆ ਆਪਾਂ ਨੇ। ਹੁਣ ਧਿਆਨ ਰੱਖਣਾ, ਜੇ ਆਪਾਂ ਬਲੌਕ ਬਣਾਵਾਂਗੇ ਤਾਂ ਸਾਰੀਆਂ ਫੋਰਸਾਂ ਆਪਾਂ ਸੈਂਟਰ ਤੇ ਐਕਟ ਕਰਾਉਣੀਆਂ, ਸਮਝਾਉਣ ਵਾਸਤੇ। ਇਹ ਪਹਿਲਾਂ ਗੱਲ ਹੋਈ ਹੈ। ਫਿਰ ਹੁਣ ਇਹ ਫੋਰਸ ਜਿਹੜੀ ਹੈਗੀ ਆ 45 ਡਿਗਰੀ ਤੇ ਲਾਈ ਆ ਆਪਾਂ ਨੇ ਇੱਧਰਲੇ ਪਾਸੇ, ਮਤਲਬ ਹੌਰੀਜ਼ੋਂਟਲ ਦੇ ਨਾਲ ਇਹ ਫੋਰਸ ਜੋ ਹੈ 45 ਦਾ ਐਂਗਲ ਬਣਾ ਰਹੀ ਹੈ। ਹੁਣ ਇਹ ਪਹਿਲਾਂ ਗੱਲ ਕੀਤੀ ਸੀ ਫ੍ਰਿਕਸ਼ਨ ਦੇ ਵਿੱਚ, ਲਾਸਟ ਲੈਕਚਰ ਕੀਤਾ ਸੀ ਆਪਾਂ ਨੇ। ਇਹ ਜ਼ਰੂਰੀ ਨਹੀਂ ਹੈ ਕਿ ਫੋਰਸ ਇਹਨੂੰ ਜੋ ਖਿੱਚੂਗੀ ਅੱਗੇ ਜਾਂ ਮੋਸ਼ਨ ਸਟਾਰਟ ਹੋਊਗਾ, ਇਹ ਜ਼ਰੂਰੀ ਨਹੀਂ ਹੈਗਾ। ਜਿਵੇਂ ਆ ਸੀ, ਜੇ ਆਪਾਂ ਫੋਰਸ ਲਗਾ ਰਹੇ ਹਾਂ, ਇਹ ਲਗਾਈ ਫੋਰਸ ਆਪਾਂ ਨੇ, ਜੇ ਫੋਰਸ ਫ੍ਰਿਕਸ਼ਨ ਤੋਂ ਜ਼ਿਆਦਾ ਹੋਊਗਾ ਤਾਂ ਇਹ ਮੋਸ਼ਨ ਸਟਾਰਟ ਹੋਊਗਾ। ਦੇਖੋ ਮੈਂ ਫੋਰਸ ਲਗਾ ਰਿਹਾ, ਬਾਡੀ ਮੂਵ ਨਹੀਂ ਕਰ ਰਹੀ, ਮਤਲਬ ਕੀ ਹੈ ਮੇਰੀ ਜੋ ਫੋਰਸ ਹੈਗੀ ਹੈ ਫ੍ਰਿਕਸ਼ਨ ਤੋਂ ਘੱਟ ਆ। ਇਹ ਲਾਸਟ ਲੈਕਚਰ 'ਚ ਆਪਾਂ ਨੇ ਬਹੁਤ ਧਿਆਨ ਨਾਲ ਕਾਫੀ ਪੜ੍ਹਿਆ ਸੀ ਇਹਦੇ ਬਾਰੇ, ਉਹ ਮੈਂ ਕੋਸਟ ਨਹੀਂ ਕਰਵਾਉਣਾ ਮੇਨ, ਇਹ ਪੁਰਾਣੀ ਗੱਲ ਉੱਪਰ ਜ਼ਿਆਦਾ ਟਾਈਮ ਨਹੀਂ ਲਾਵਾਂਗੇ ਆਪਾਂ। ਹੁਣ ਕੀ ਹੈਗਾ ਆਪਣੇ ਕੋਲ, ਇਹ ਜਿਹੜੀ ਮੇਨ ਗੱਲ ਸੀ ਦੱਸਿਆ ਸੀਗਾ ਜੀ, ਲਿਮਿਟਿੰਗ ਫ੍ਰਿਕਸ਼ਨ ਜ਼ਿਆਦਾ ਇੰਪੋਰਟੈਂਟ ਹੋਊਗੀ ਇਹਦੇ ਵਿੱਚ। ਲਿਮਿਟਿੰਗ ਫ੍ਰਿਕਸ਼ਨ ਕੀ ਹੈਗਾ, ਉਹਨੇ ਇੱਕ ਵਰਡ ਯੂਜ਼ ਕੀਤਾ ਹੈਗਾ
ਫੋਰਸ ਨੂੰ ਵਧਾ ਰਹੇ ਹਾਂ ਆਪਾਂ, ਹੌਲੀ ਵਧਾਤੀ, ਜਿਵੇਂ ਆਹ ਜ਼ੋਰ ਲਾ ਰਹੇ ਹਾਂ ਆਪਾਂ, ਹੌਲੀ ਹੌਲੀ ਜ਼ੋਰ ਵਧਾਈ ਜਾ ਰਹੇ ਹਾਂ। ਕਿੱਥੇ ਪਹੁੰਚਿਆ ਜੀ ਉਹ? ਗ੍ਰੈਜੂਅਲੀ ਇਨਕਰੀਜ਼ਡ ਟਿਲ ਦਾ ਬਲੌਕ ਇਜ਼ ਗੋਇੰਗ ਟੂ ਸਲਾਈਡ। ਇਹ ਬਲੌਕ ਜੋ ਹੈ ਇਹ ਚੱਲਣ ਨੂੰ ਤਿਆਰ ਆ, ਬਸ ਮੂਵ ਹੋਣ ਨੂੰ ਤਿਆਰ ਆ, ਮੂਵ ਨਹੀਂ ਹੋਇਆ ਜੀ, ਮੂਵ ਹੋਣ ਨੂੰ ਤਿਆਰ ਆ, ਮਤਲਬ ਲਿਮਿਟਿੰਗ ਫ੍ਰਿਕਸ਼ਨ ਦੀ ਗੱਲ ਹੋ ਰਹੀ ਹੈ। ਜਾਂ ਕਰੋ ਉਸ ਕੇਸ 'ਚ ਮੈਕਸੀਮਮ ਫ੍ਰਿਕਸ਼ਨ ਕਹਾਂਗੇ ਆਪਾਂ। ਦੇਖੋ ਇਹ ਪਹਿਲਾਂ ਇਹ ਕੀਤਾ ਸੀ ਐਡਜਸਟੇਬਲ ਫੋਰਸ ਹੈ ਕਿ ਸਾਰਾ ਪੜ੍ਹਿਆ ਸੀ ਪਿੱਛੇ ਆਪਾਂ ਨੇ ਲਾਸਟ ਲੈਕਚਰ ਦੇ ਵਿੱਚ। ਤਾਂ ਇਸ ਕੇਸ ਵਾਸਤੇ ਜਦੋਂ ਇਹ ਗੋਇੰਗ ਟੂ ਸਲਾਈਡ ਹੈਗਾ, ਉਸ ਕੇਸ 'ਚ ਆਪਾਂ ਕਹਿ ਸਕਦੇ ਹਾਂ ਫ੍ਰਿਕਸ਼ਨ ਜੋ ਹੈ ਇੱਧਰਲੇ ਪਾਸੇ ਹੋਊਗੀ, ਉਲਟੇ ਪਾਸੇ ਕੀ ਮੋਸ਼ਨ ਇੱਧਰਲੇ ਪਾਸੇ ਹੋ ਰਿਹਾ। ਫ੍ਰਿਕਸ਼ਨ ਕਿੰਨੀ ਹੋਊਗੀ? ਮਿਊ ਆਰ। ਇੱਥੇ ਮਿਊ ਕਿੰਨਾ ਗਿਵਨ ਆਪਾਂ ਨੂੰ? ਹਾਫ। ਮਿਊ ਜੋ ਹੈ ਆਪਾਂ ਨੂੰ ਹਾਫ ਦਿੱਤਾ ਹੋਇਆ ਹੈ। ਹੁਣ ਇਹ ਧਿਆਨ ਦਿਓ, ਥੋੜਾ ਗੱਲ ਸਮਝਾਉਣੀ ਹੈ ਕਿਵੇਂ ਇਹ ਵਰਡ ਕਿਉਂ ਪਾਇਆ ਹੁੰਦਾ ਉਹਨਾਂ ਨੇ ਗੋਇੰਗ ਟੂ ਸਲਾਈਡ। ਪਹਿਲਾਂ ਲਾਸਟ ਲੈਕਚਰ ਸਮਝਾਇਆ ਵੀ ਸੀਗਾ ਜੀ, ਹੁਣ ਦੁਬਾਰਾ ਦੇਖ ਲਓ। ਜੇ ਆਪਾਂ ਕਹੀਏ ਕਿ ਇਹਦੀ ਫ੍ਰਿਕਸ਼ਨ ਜੋ ਹੈ ਉਹ 10 ਨਿਊਟਨ ਦੀ ਹੈ, ਆਪਾਂ ਇੱਧਰ ਧੱਕਾ ਲਾ ਰਹੇ ਹਾਂ, ਜਾਂ ਐਂ ਕਹਿ ਲਓ ਕਿ ਆਪਾਂ ਨੂੰ ਪਤਾ ਨਹੀਂ ਹੈ ਇਹਦੀ ਫ੍ਰਿਕਸ਼ਨ ਕਿੰਨੀ ਹੋਊਗੀ। ਆਪਾਂ ਫ੍ਰਿਕਸ਼ਨ ਪਤਾ ਕਰਨੀ ਕਿ ਫ੍ਰਿਕਸ਼ਨ ਹੈ ਕਿੰਨੀ ਹੈ ਜਾਂ ਮੈਕਸਿਮਮ ਫ੍ਰਿਕਸ਼ਨ ਕਿੰਨੀ ਹੋਊਗੀ। 1 ਨਿਊਟਨ ਲਾਇਆ ਆਪਾਂ ਨੇ ਫੋਰਸ, ਇਹ ਬਾਡੀ ਮੂਵ ਹੋਈ ਨਹੀਂ ਹੈਗੀ, ਮਤਲਬ ਇਹ ਫੋਰਸ ਘੱਟ ਹੈ, ਫੋਰਸ ਜ਼ਿਆਦਾ, ਤਾਂ ਬਾਡੀ ਮੂਵ ਨਹੀਂ ਹੋ ਰਹੀ, ਫ੍ਰਿਕਸ਼ਨ ਜ਼ਿਆਦਾ ਹੋ ਰਿਹਾ। ਫਿਰ 2 ਹੋਰ ਵਧਾਤੀ ਆਪਾਂ ਨੇ ਫੋਰਸ, ਹੌਲੀ ਹੌਲੀ ਵਧਾ ਰਹੇ ਹਾਂ ਆਪਾਂ। ਜੇ 2 ਵਧਾਈ ਆਪਾਂ ਫਿਰ ਬਾਡੀ ਮੂਵ ਨਹੀਂ ਕਰ ਰਹੀ, ਮਤਲਬ ਫਿਰ ਫ੍ਰਿਕਸ਼ਨ ਜ਼ਿਆਦਾ। ਆਪਾਂ ਫ੍ਰਿਕਸ਼ਨ ਪਤਾ ਕਰਨੇ ਫ੍ਰਿਕਸ਼ਨ ਕਿੰਨੀ ਹੋਊਗੀ। ਵਧਾਉਂਦੇ ਵਧਾਉਂਦੇ ਮੈਂ 10 ਤੇ ਪਹੁੰਚ ਗਿਆ, ਫਿਰ ਬਾਡੀ ਮੂਵ ਨਹੀਂ ਹੋਈ। ਫਿਰ ਮੈਂ 11 ਕੀਤਾ, 11 ਤੇ ਬਾਡੀ ਮੂਵ ਹੋ ਗਈ। ਤਾਂ ਫਿਰ ਕੀ ਗੱਲ ਬਣੀ ਆਪਣੇ ਕੋਲ? 11 ਜਿਹੜੀ ਫੋਰਸ ਆ, ਜੇ ਬਾਡੀ ਮੂਵ ਹੋ ਗਈ ਤਾਂ ਫ੍ਰਿਕਸ਼ਨ ਨਾਲੋਂ ਜ਼ਿਆਦਾ ਹੋ ਗਈ ਉਹ। ਜੇ ਇਹ ਫੋਰਸ ਜ਼ਿਆਦਾ, ਇਹ ਫੋਰਸ ਘੱਟ ਆ, ਤਾਂ ਹੀ ਅੱਗੇ ਜਾਊਗੀ ਬਾਡੀ। ਫਿਰ ਇਹਦਾ ਨਾਲ ਬਣ ਗਿਆ ਜੀ ਜਿੱਥੇ ਬਾਡੀ ਮੂਵ ਕਰ ਗਈ ਉਹ ਫੋਰਸ ਜੋ ਹੈ ਉਹ ਫ੍ਰਿਕਸ਼ਨ ਤੋਂ ਜ਼ਿਆਦਾ। ਪਰ ਜੇ ਮੈਂ 10 ਪਾ ਦੇਵਾਂ ਤੇ ਨਾਲ ਤੁਹਾਨੂੰ ਇੱਕ ਲਾਈਨ ਲਿਖ ਦੇਵਾਂ ਕਿ ਦਿਸ ਬਾਡੀ ਇਜ਼ ਗੋਇੰਗ ਟੂ ਸਲਾਈਡ, ਬਸ ਇਹ ਸਲਾਈਡ ਹੋਣ ਨੂੰ ਤਿਆਰ ਹੀ ਆ, ਇਹਦਾ ਮਤਲਬ ਕੀ ਆ? ਫਿਰ ਇਹ ਉਹ ਫੋਰਸ ਹੋਊਗੀ ਜੋ ਫ੍ਰਿਕਸ਼ਨ 10 ਹੀ ਹੋਊਗੀ, ਤਾਂ ਬੈਲੈਂਸ ਕਰ ਰਹੀ ਹੈ। ਬੈਲੈਂਸ ਮਤਲਬ ਕਿ ਤਿਆਰ ਹੀ ਹੈ, ਬਸ ਤੁਰਨ ਨੂੰ ਥੋੜਾ ਜਿਹਾ ਵਧਾ ਦੋਗੇ ਨਾਲ ਤੁਰ ਜੂਗੀ। ਇਹਦਾ ਮਤਲਬ ਕੀ ਹੈ? ਜੇ ਗੋਇੰਗ ਟੂ ਸਲਾਈਡ ਪਾਇਆ ਹੋਵੇ ਤਾਂ ਜੋ ਫੋਰਸ ਹੋਊਗੀ ਉਹ ਫ੍ਰਿਕਸ਼ਨ ਦੇ ਬਰਾਬਰ ਹੋਊਗੀ। ਹੁਣ ਫ੍ਰਿਕਸ਼ਨ ਕਿੰਨੀ ਆ? ਮਿਊ ਆਰ। ਇਹ ਗੋਇੰਗ ਟੂ ਸਲਾਈਡ ਤਾਂ ਪਾਇਆ ਹੈਗਾ ਕਿ ਆਪਾਂ ਇਹ 'ਚ ਦੱਸ ਸਕਦੇ ਹਾਂ ਹੁਣ ਜਿਹੜੀ ਫੋਰਸ ਅੱਗੇ ਵਾਲੀ ਫੋਰਸ ਹੈਗੀ ਆ ਉਹ ਇਹਦੇ ਬਰਾਬਰ ਹੋਊਗੀ, ਤਾਂ ਹੀ ਗੋਇੰਗ ਟੂ ਸਲਾਈਡ ਹੈ, ਚੱਲਣ ਨੂੰ ਤਿਆਰ ਹੈ। ਮਤਲਬ ਇਦਾਂ ਕਹਿ ਲਵੋ ਜਿਵੇਂ ਆਪਾਂ ਕੀਤਾ ਹੋਇਆ ਜੀ ਕਿ ਆਪਾਂ ਆਹ 2 ਫੋਰਸਾਂ ਲਾ ਰਹੇ ਹਾਂ, ਇਕੁਅਲ ਐਂਡ ਆਪੋਜ਼ਿਟ 2 ਫੋਰਸੇ ਲਗਾ ਰਹੇ ਹਾਂ। ਇਹ ਐਕਸ ਆ, ਇਹ ਵਾਈ ਆ, ਪਿੱਛੇ ਜੇ ਆਪਾਂ ਬਹੁਤ ਕਰਦੇ ਆ ਰਹੇ ਹਾਂ। ਆਪਾਂ ਇਕੁਅਲ ਐਂਡ ਆਪੋਜ਼ਿਟ ਫੋਰਸ ਲਾ ਰਹੇ ਹਾਂ ਤਾਂ ਇਹ ਪੱਕਾ ਬੈਲੈਂਸ ਕਰਨੀ ਹੈ। ਜਾਂ ਇੱਦਾਂ ਕਹਿ ਲਵੋ ਜੇ ਕਿਸੇ ਪੁਆਇੰਟ ਤੇ 2 ਫੋਰਸਾਂ ਲਗਾ ਰਹੇ ਹਾਂ ਜੋ ਬੈਲੈਂਸ ਕਰ ਰਹੀਆਂ ਆਪਸ, ਮਤਲਬ ਕਿ ਇੱਧਰ ਫੋਰਸ ਲਾਈ, ਇੱਧਰ ਉਹਦੇ ਆਪੋਜ਼ਿਟ ਦੂਜੇ ਪਾਸੇ ਫੋਰਸ ਲਾਈ ਤੇ ਬਾਡੀ ਮੂਵ ਨਹੀਂ ਕਰ ਰਹੀ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਦੋਨੇ ਫੋਰਸਾਂ ਬਰਾਬਰ ਨੇ, ਤਾਂ ਕਰਕੇ ਬਾਡੀ ਮੂਵ ਨਹੀਂ ਕਰ ਰਹੀ। ਪਰ ਪ੍ਰੋਬਲਮ ਕੀ ਹੈ ਇੱਥੇ? ਫ੍ਰਿਕਸ਼ਨ ਦੇ ਕੇਸ ਨਹੀਂ ਆਪਾਂ ਕਹਿ ਸਕਦੇ ਹੈਗੇ। ਇਹ ਲਾਸਟ 'ਚ ਮੈਂ ਦੁਬਾਰਾ ਦੱਸਣਾ ਪਊਗਾ ਜੀ ਕਿ ਤੁਹਾਨੂੰ ਪ੍ਰੋਪਰ ਸਮਝ ਆ ਜਾਏ। ਫ੍ਰਿਕਸ਼ਨ ਦੇ ਕੇਸ ਕਿਵੇਂ ਨਹੀਂ ਹੋਊਗਾ? ਜੇ ਮੈਂ ਕਹਾਂ ਜੀ ਫ੍ਰਿਕਸ਼ਨ 10 ਨਿਊਟਨ ਦੀ ਹੈ, ਇਦਾਂ ਕਹਿ ਦਵਾਂ ਜੀ 10 ਨਿਊਟਨ ਫ੍ਰਿਕਸ਼ਨ ਹੈ, ਜਾਂ ਮੈਕਸਿਮਮ ਫ੍ਰਿਕਸ਼ਨ ਕਹਿ ਦਵਾਂ, 1 ਨਿਊਟਨ ਦੀ ਫੋਰਸ ਲਾਈ ਆਪਾਂ ਨੇ, ਇਹ ਬਾਡੀ ਆਪਾਂ ਫ੍ਰਿਕਸ਼ਨ ਇੱਧਰਲੇ ਪਾਸੇ ਹੋਊਗੀ, 1 ਨਿਊਟਨ ਦੀ ਫੋਰਸ ਲਾਈ ਆਪਾਂ ਨੇ, ਇਹ ਬਾਡੀ ਮੂਵ ਨਹੀਂ ਕਰ ਰਹੀ ਹੈਗੀ। ਜੇ ਬਾਡੀ ਇਹ ਮੂਵ ਨਹੀਂ ਕਰ ਰਹੀ ਹੈਗੀ ਮਤਲਬ ਫਿਰ 1 ਨਿਊਟਨ ਦੀ ਹੀ ਫੋਰਸ ਇਹਨੂੰ ਬੈਲੈਂਸ ਕਰ ਰਹੀ ਹੈ, ਤਾਂ ਹੀ ਬਾਡੀ ਮੂਵ ਨਹੀਂ ਕਰ ਰਹੀ। ਜੇ ਮੈਂ ਕਹਾ ਕਿ ਉਰੇ ਫ੍ਰਿਕਸ਼ਨ 10 ਨਿਊਟਨ ਦੀ ਹੈਗੀ ਆ ਤਾਂ ਆਹ ਫੋਰਸ ਵੱਡੀ ਹੋਊਗੀ, ਆ ਛੋਟੇ ਦੇ ਪਿੱਛੇ ਲੈ ਜਾਊਗੀ ਚੱਕ ਕੇ, ਪਿੱਛੇ ਦਾ ਮੂਵ ਨਹੀਂ ਕਰੇਗਾ। ਜੇ ਆਪਾਂ ਧੱਕਾ ਲਾ ਰਹੇ ਹਾਂ, ਮੰਨ ਲਓ ਪੈਨ ਨੂੰ ਧੱਕਾ ਲਾ ਰਹੇ ਹਾਂ, ਮੂਵ ਨਹੀਂ ਕਰ ਰਹੀ ਹੈਗੀ, ਇਹਦਾ ਮਤਲਬ ਇੱਦਾਂ ਨਹੀਂ ਹੈ ਕਿ ਫ੍ਰਿਕਸ਼ਨ ਜ਼ਿਆਦਾ ਬਾਡੀ ਪਿੱਛੇ ਨੂੰ ਆ ਜਾਏਗੀ, ਇਹ ਪਿੱਛੇ ਨੂੰ ਨਹੀਂ ਕਹਾਂਗੇ ਆਪਾਂ। ਤਾਂ ਇਹ ਫ੍ਰਿਕਸ਼ਨ ਨੇ ਆਪਣੇ ਆਪ ਨੂੰ ਐਡਜਸਟ ਕਰਕੇ 1 'ਚ ਕਨਵਰਟ ਕਰ ਲਿਆ।
जे इन्हां दोनों नूं आपां हुण इक्वेट करांगे, इक्वल होणगे दोने, जे दोने इक्वल होणगे, जे आपां हुण इक्वेट करांगे आपां नहीं दस सकते कि फ्रिक्शन कितनी है। मैं थोड़ी जी फोर्स लाती, वैसे मैं इहदा एग्जाम्पल लई है कि जो एक्चुअल फ्रिक्शन हैगी आ वो 10 न्यूटन की है। एक्चुअल फ्रिक्शन तुसीं 1 न्यूटन की फोर्स लाई, बॉडी मूव नहीं कर रही, तुसीं इदां नहीं कह सकते है कि फ्रिक्शन पक्का 1 न्यूटन की होगी। नहीं, फ्रिक्शन तो 10 की ही है, इन्हें अपने आप को एडजस्ट करके 1 च एडजस्ट कर लिया, इस करके बॉडी मूव नहीं हो रही। तो आप इतों पक्का नहीं कह सकते कि जो फ्रिक्शन है 1 न्यूटन की होगी। तो फ्रिक्शन किवें कड्डांगे, फ्रिक्शन है कितनी, आपां हौली हौली फोर्स वधाई जावांगे। जदों ये जस्ट चलण नूं तैयार हो गई, बस मूव नहीं की, ये गोइंग टू स्लाइड आ, बस गोइंग टू मूव आ, ये चलण नूं तैयार हो गई, वो जिहड़ी फोर्स होगी वो पक्का फ्रिक्शन बराबर होगी। मतलब अपने वास्ते जे फ्रिक्शन कड्ढनी है अपने, तो अपने वास्ते यह गल इंपॉर्टेंट नहीं हैगी कि जिहड़ी बॉडी हैगी आ वो फोर्स लाई, जे बॉडी मूव नहीं कर रही हैगी तो उसका कोई फायदा नहीं आपां नूं, क्योंकि जे बॉडी मूव नहीं कर रही हैगी तो ये फ्रिक्शन ने एडजस्ट करके घटा लिया, आपां फोर्स घटा के इहनूं बैलेंस किया, पर इत्थों आपां दस नहीं सकते कि इहदी फ्रिक्शन कितनी होगी। जिवें एक एग्जाम्पल होर लो, चलो ये सरफेस की फ्रिक्शन कढनी कितनी होगी, तुसीं फोर्स पता नहीं फ्रिक्शन कितनी, तुसीं फोर्स लानी शुरू करती 2 न्यूटन की, ये बॉडी मूव नहीं हुई, तो आपां ये नहीं कहना कि जिहड़ी आ फ्रिक्शन है 2 न्यूटन, 4 दी लाई आपां ने फिर बॉडी मूव नहीं हुई, फिर किवें पता लगू फ्रिक्शन है कितनी है। आपां मान लो 50 की फोर्स लाती तो आपां लग गया पता कि हुण तुरन नूं तैयार आ, बस थोड़ी वधावांगे तुर जाएगी। तेरा मतलब की बन गया, फिर जिहड़ी 50 न्यूटन की फोर्स हैगी आ ये फ्रिक्शन के बराबर होगी, क्यों, तां करके थोड़ा जिहा वधावांगे आपां मूव कर जाएगी। तो जिहड़ी आ लाइन पाई होगी इज गोइंग टू स्लाइड, वो काहदे वास्ते पाई आ, तां जो आपां फोर्स अते फ्रिक्शन नूं बराबर कर सकीए। हुण आपां कह सकते हैं कि फोर्स फ्रिक्शन बराबर होगी, फ्रिक्शन कितनी होगी पक्का तो 50 न्यूटन की होगी। मतलब जिहड़ी इक्वैलिटी है दो फोर्सिस विच हुण आपां इत्थे बना सकते हैं, हुण आपां इत्थे बना सकते हैं, हुण कह सकते हैं कि फ्रिक्शन अते फोर्स बराबर ने, क्यों, क्योंकि जिहड़ी बॉडी है गोइंग टू स्लाइड कर रही है। जे गल समझ आ गई होवे जी, बाकी नूमैरिकल करते हैं, तो 2 नूमैरिकल ही होणगे अज जी, बाकी आपां नैक्सट करांगे, उन्होंने तुहानूं काफ़ी कंसैप्ट क्लीयर हो जाऊगा जी। बाकी जे घरे काम करोगे तो होर कंसैप्ट क्लीयर होगा। तो देखो ये फोर्स अपने को ये चो भी एक लिखने वाली कंडीशन बनानी है एक्स वाई वाली, ये कॉम्पोनेंट्स तोड़ लो, इधर की होगा एफ कॉस 45, दूजे पासे की होगा एफ साइन 45। एक्स वाई किवें पढ़ते होंगे, ए वाली फोर्स इनू बैलेंस करेगी, देयरफॉर एफ कॉस 45 इज इक्वल टू म्यू आर, ते उपरली फोर्स नीचे नूं बैलेंस करेगी, बॉडी मूव नहीं कर रही हैगी, उपरली फोर्स की आर एफ साइन 45 इज इक्वल टू डब्ल्यू। हुण ये गल इन्नी सौखी नहीं हैगी जी, आ चीज़ हैगी ये वास्ते ये इक्वल क्यों किते हैगे ने, ये पहला ये गल समझाउण पर जोर लाया सी कि इहनूं आपां इक्वल क्यों कह सकते हैं। ये तो फ्रिक्शन फोर्स बराबर क्यों कह सकते हैं, ये कह सकते हैं बिकॉज ये बॉडी दिता है कि गोइंग टू स्लाइड, जदों ये चलण नूं तैयार हैगी आ, जे थोड़ी जी फोर्स वधा देवांगे चल पैना, जिहने चल पैना लगी फिर यही पक्का ये बराबर आ, तां ही करके बैलेंस होया पिया पूरा। हुण ते थोड़ी फोर्स वधाती आपां ये चल पऊगी, इस करके हुण आपां इहनूं इक्वेट कर सकते हैं। इस करके जिहड़ी मैं फस्ट लैक्चर विच भी गल करी सी जी, लास्ट लैक्चर विच ते हुण भी गल कर रहे हैं, जिहड़ा गोइंग टू स्लाइड वर्ड होगा वो अपने सौखे वास्ते कि आपां इहनूं इक्वेट कर सकते हैं। हुण ध्यान दो, जे गोइंग टू स्लाइड ना पाया हुंदा, गोइंग टू स्लाइड वर्ड ना पाया हुंदा तां इन्हां नूं आपां आपस च इक्वेट नहीं कर सकते सी। तो ये तो इक्वेट हो जाएगा, चलो इनू इक्वेट नहीं कर सकते है, क्यों नहीं इक्वेट कर सकते, क्यों फ्रिक्शन पक्का वध होगी ये तां ही बॉडी खड़ी है, वो तो फ्रिक्शन ने एडजस्ट करके छोटा करके रोकया है,
पर आपां ये फ्रिक्शन नूं पक्के दे बराबर नहीं कह सकते। हुण आपां कह सकते हैं क्योंकि गोइंग टू स्लाइड है, सो ध्यान नाल समझ लीजिए कंसैप्ट। बाकी जिवें जिवें क्वेश्चन करांगे समझ आ जाऊगा। बस आही चीज़ है जी, देखो फ्रिक्शन वाला कंसैप्ट आया बस कल्ला, इक्वेशन बनाइए पहला वांगू सारा काम। हुण आपां ने सिर्फ कल्ला F/W फाइंड करना, सौखा ही है जी। म्यू दिता है आपां नूं हाफ, तो ये आ जाएगा 1/√2 हाफ R। इथों जो फोर्स हैगी ये आ गया √2/2 R। ये च भरिया आपां ने, एंड R आ गया अपने को F 1/√2 W। ये F की वैल्यू भर दो जी, R प्लस 1/2 R। चेक कर लियो, √2 कैंसिल हो जाएगा जी, ये W आ गया, तो W कितना आ गया अपने को 3/2 R। हुण F/W लभना अपने, तो फिर F/W आ गया जी √2/2 R बटा 3/2 R। ये कट गया जी, R भी कट गया, ये √2/3 अपना आंसर आ जाएगा। तो बाकी का काम सारा सौखा, मेन समझण उपर आ गया इक्वल क्यों किते ने। बाकी का काम जे पुराना काम किसी को पता है XY किवें कढने, XY यूज करांगे जां मूवमेंट का कंसैप्ट यूज करांगे। एक क्वेश्चन होर करवाना है, वो तुहानूं काफ़ी कंसैप्ट क्लीयर होणगे जी। वो क्वेश्चन है कि और स्टेटमेंट देख लो। A weight of 60 kgs is on the point of motion down rough inclined plane when supported by a force of 24 kilogram weights acting parallel to the plane and is on the point of motion up when under influence of the force of 30 kilogram weight parallel to the plane. Find the coefficient of friction। तो ये क्वेश्चन समझ आ गया, कंसेप्ट समझ आ जाऊगा जी। तो ध्यान दो किवें, एक इनकलाइंड प्लेन, जिहड़ा इनकलाइंड प्लेन है उहदा एंगल नहीं गिवन कितना हैगा, ये अल्फा मान लिया, दिता नहीं होया। एक वेट हैगा जी, ये रफ इनकलाइंड प्लेन आ, रफ मतलब फ्रिक्शन की गल होगी ये। एक वेट है ये इदा रखा है, इसका वेट जो है वो 60 kg है। is on the point of friction up, weight 60 kg is on the point of motion down rough inclined plane when supported by the force 24 kilogram weight parallel to the plane। आ प्लेन है जी, जिहड़ा inclined plane इहदे पैरेलल ही आपां फोर्स लाई है इधरे पासे, ते फोर्स लाई हैगी आ 24 किलोग्राम वेट, इदां पा लो सो 24 किलोग्राम वेट ये फोर्स है। हुण दिता हुआ लाइन मैं दोबारा पढ़ रहा, वेट 60 kg इज ऑन अ पॉइंट ऑफ मोशन डाउन, मतलब नीचे जान तैयार है, बस जा नहीं रहा, नीचे जान तैयार है। तो इन्हों सपोर्ट की किया है 24 किलोग्राम वेट ने सपोर्ट किया है, नीचे जान तैयार है। इस वेट ने सपोर्ट, इस फोर्स ने सपोर्ट किया है। वो किवें आ, जे आपां 23 किलोग्राम वेट फोर्स लावांगे, इन्हें सपोर्ट किया है, जस्ट सपोर्ट मतलब जे आप फोर्स घटाती तो बॉडी नीचे गिर जाएगी आगे। ये फोर्स जे ये फोर्स आप 23 करती तो यह बॉडी नीचे गिर जाएगी। इन्हें इनू दिता है जी वर्ड सपोर्ट किया है। जस्ट मोशन डाउन मतलब कि जे आप फोर्स घटाती ये नीचे गिर जाना, जिहड़ा मोशन नीचे नूं हो जाना।
ਹੁਣ ਜਸਟ ਮੋਸ਼ਨ ਡਾਊਨ ਨੇ ਮੈਂ ਪਹਿਲਾਂ ਗੱਲ ਕੀਤੀ ਹੈ ਕਿਉਂ ਦਿੱਤੀਆਂ ਹੁੰਦੀਆਂ ਗੱਲਾਂ ਆਪਾਂ ਨੂੰ ਕਿ ਇਹ ਚੱਲਣ ਨੂੰ ਤਿਆਰ ਹੀ ਹੈ, ਬਸ ਨੀਚੇ ਗਿਰਨ ਨੂੰ ਤਿਆਰ ਆ। ਇਹ ਗੱਲਾਂ ਦਿੱਤੀਆਂ ਕਿਉਂ ਹੁੰਦੀਆਂ? ਬਿਕੋਜ਼ ਆਪਾਂ ਇਕੁਏਸ਼ਨ ਇਕੁਐਲਿਟੀ ਬਣਾ ਸਕੀਏ। ਆਪਾਂ ਦੱਸ ਸਕਦੇ ਹਾਂ ਹੁਣ ਜੇ ਨੀਚੇ ਗਿਰਨ ਨੂੰ ਤਿਆਰ ਹੈ ਤਾਂ ਆਹ ਟਰਮ ਫ੍ਰਿਕਸ਼ਨ ਦੇ ਬਰਾਬਰ ਹੋ ਸਕਦੀ ਹੈ, ਫਿਰ ਆਪਾਂ ਇਕੁਏਸ਼ਨ ਇਕੁਐਲਿਟੀ ਬਣਾ ਸਕਦੇ ਹਾਂ। ਇਸ ਕਰਕੇ ਇਸ ਗੱਲ ਤੇ ਕਨਫਿਊਜ਼ ਨਹੀਂ ਹੋਣਾ ਆਪਾਂ ਨੇ ਕਿ ਇਹ ਮੋਸ਼ਨ ਡਾਊਨ ਆ ਮੋਸ਼ਨ ਆਪੇ ਕੀ ਕਿਹਾ, ਇਹ ਇਕੁਐਲਿਟੀ ਬਣਾਉਣ ਵਾਸਤੇ ਹੈ। ਹੁਣ ਸਿਰਫ ਇਹ ਦੇਖਣਾ ਆਪਾਂ ਕਿ ਮੋਸ਼ਨ ਕਿੱਧਰ ਹੋ ਰਿਹਾ। ਜਦੋਂ ਇਹ ਘਟਾਤੀ ਫੋਰਸ ਬਾਡੀ ਨੀਚੇ ਗਿਰੂਗੀ ਮਤਲਬ ਮੋਸ਼ਨ ਡਾਊਨਵਰਡ ਹੋਊਗਾ। ਜੇ ਮੋਸ਼ਨ ਡਾਊਨਵਰਡ ਹੋਊਗਾ ਤਾਂ ਫ੍ਰਿਕਸ਼ਨ ਹਮੇਸ਼ਾ ਉਲਟੇ ਪਾਸੇ ਆਏਗੀ, ਫ੍ਰਿਕਸ਼ਨ ਇੱਧਰਲੇ ਪਾਸੇ ਹੋਊਗੀ। ਫ੍ਰਿਕਸ਼ਨ ਮੋਸ਼ਨ ਨੂੰ ਅਪੋਜ਼ ਕਰੇਗੀ ਤਾਂ ਫ੍ਰਿਕਸ਼ਨ ਮੋਸ਼ਨ ਨੂੰ ਅਪੋਜ਼ ਕਰੇਗੀ। ਇਹ ਕਿੰਨੀ ਹੋਊਗੀ? ਇਹ ਨਾਰਮਲ ਐਕਸ਼ਨ ਚਾਹੀਦੀ ਹੈ ਆਪਾਂ ਨੂੰ, ਇਹ ਆਰ ਆ, ਇਹ ਮਿਊ ਆਰ ਹੋਊਗੀ ਫ੍ਰਿਕਸ਼ਨ। ਫ੍ਰਿਕਸ਼ਨ ਡਾਇਰੈਕਸ਼ਨ ਆਪਾਂ ਇੱਧਰ ਕਿਉਂ ਬਣਾਈ? ਬਿਕੋਜ਼ ਮੋਸ਼ਨ ਇੱਧਰ ਹੋਣ ਨੂੰ ਤਿਆਰ ਸੀਗਾ, ਇਹ ਨੀਚੇ ਗਿਰਨ ਨੂੰ ਤਿਆਰ ਆ, ਫ੍ਰਿਕਸ਼ਨ ਦੂਜੇ ਪਾਸੇ ਹੋਊਗੀ ਜਿਹੜੀ ਅਪੋਜ਼ ਕਰ ਰਹੀ ਹੈ। ਫ੍ਰਿਕਸ਼ਨ ਡਾਇਰੈਕਸ਼ਨ ਕਿਵੇਂ ਦੇਖਣਾ? ਇਹ ਦੇਖਣਾ ਕਿ ਮੋਸ਼ਨ ਕਿੱਧਰ ਨੂੰ ਹੋਏਗਾ। ਜੇ ਫੋਰਸ ਘਟਾਤੀ ਤਾਂ ਮੋਸ਼ਨ ਨੀਚੇ ਹੋਏਗਾ ਤਾਂ ਫ੍ਰਿਕਸ਼ਨ ਦੂਜੇ ਪਾਸੇ ਹੋਊਗੀ, ਅਪੋਜ਼ ਕਰੇਗੀ। ਬਸ ਇਹ ਗੱਲ ਹੈ ਜੀ ਫਸਟ ਡਾਇਗਰਾਮ ਦੇ ਵਿੱਚ। ਹੁਣ ਬਸ ਇਹ ਇਕੁਏਸ਼ਨਸ ਬਣਾਉਣੀ ਆ ਆਪਾਂ XY ਵਾਲਾ ਕਰਕੇ ਫਿਰ ਆਪਣਾ ਆਂਸਰ ਆ ਜਾਊਗਾ। ਇਹ ਕੁਐਸਚਨ ਪਹਿਲਾਂ ਵੀ ਆਏ ਸੀ ਪਲੇਨ ਵਾਲੇ ਜੀ। ਜੇ ਐਂਗਲ ਅਲਫਾ ਹੈਗਾ ਤਾਂ ਇਹ ਵੀ ਐਂਗਲ ਅਲਫਾ ਹੋਊਗਾ, ਤੁਸੀਂ ਆਪ ਦੇਖ ਲਿਓ ਕਿਉਂ ਹੋਊਗਾ ਐਂਗਲ। ਇਹ ਕੋਰਸਪੋਂਡਿੰਗ ਐਂਗਲ ਨੇ, ਵੈਸੇ ਲੋੜ ਨਹੀਂ ਹੈਗੀ ਦੀ ਅਲਫਾ ਦੀ, ਇਹਦੀ ਲੋੜ ਪੈਣੀ ਹੈ। ਇਹ ਪਹਿਲਾਂ ਲਿਆ ਸੀ ਆਪਾਂ ਨੇ। ਇਹ ਐਂਗਲ ਅਲਫਾ ਹੋਊਗਾ, ਐਂਗਲ ਬਿਟਵੀਨ ਲਾਈਨਸ ਇਜ਼ ਇਕੁਅਲਸ ਟੂ ਐਂਗਲ ਬਿਟਵੀਨ देयर ਪਰਪੈਂਡੀਕੂਲਰਸ। ਇਹ ਪਹਿਲਾਂ ਕੀਤਾ ਹੋਇਆ ਜੀ ਆਪਾਂ ਨੇ। ਬਸ ਕੰਪੋਨੈਂਟਸ ਤੋੜ ਦੇਣੇ ਆਪਾਂ ਨੇ। ਤੇ XY ਵਾਸਤੇ ਆਪਾਂ ਹੁਣ ਡਾਇਰੈਕਸ਼ਨ ਮੰਨਣੀ ਹੈ। ਇਹ ਪਹਿਲਾਂ ਗੱਲ ਕੀਤੀ ਹੋਈ ਹੈ, ਪਲੇਨ ਦੇ ਕੁਐਸਚਨ ਪਹਿਲਾਂ ਆਏ ਹੋਏ ਚੈਪਟਰਾਂ ਵਿੱਚ ਕਿ ਜਦੋਂ ਇਹ ਪਲੇਨ ਦੇ ਵਿੱਚ ਆਪਾਂ XY ਡਾਇਰੈਕਸ਼ਨ ਤੋੜਨਾ ਹੋਵੇ, ਇੱਕ ਤਾਂ ਅਲੋਂਗ X ਐਕਸਿਸ ਲੈਣੀ ਆ, ਅਲੋਂਗ ਦਾ ਪਲੇਨ ਲੈਣੀ ਆ ਆਪਾਂ X ਐਕਸਿਸ। ਇੱਕ ਜੋ ਪਰਪੈਂਡੀਕੂਲਰ ਟੂ ਪਲੇਨ ਹੈਗੀ ਉਹਨੂੰ Y ਐਕਸਿਸ ਮੰਨਣਾ ਹੁੰਦਾ। ਇਹ 'ਚ ਧਿਆਨ ਰੱਖਣਾ ਪਲੇਨ ਦੇ ਵਿੱਚ ਆਪਾਂ ਇਹਨੂੰ X ਐਕਸਿਸ ਮੰਨਣਾ, ਇਹਨੂੰ Y ਐਕਸਿਸ ਮੰਨਣਾ। ਤਾਂ ਇਹ ਤਾਂ ਪਤਾ ਚਲੋ ਇੱਧਰ ਪਾਸੇ ਫੋਰਸ ਕਿੰਨੀ ਆ ਮਿਊ ਆਰ, ਇਹ ਵੀ ਡਾਇਰੈਕਸ਼ਨ ਦੇ ਵਿੱਚ। ਇਹਦੇ ਦੋ ਕੰਪੋਨੈਂਟ ਕਰਨੇ ਪੈਣਗੇ ਆਪਾਂ ਨੂੰ। ਇਹ cos ਵਾਲਾ ਹੈਗਾ, ਇਹ ਬਣੂਗਾ 60 cos ਅਲਫਾ। ਇਹ ਥੋੜਾ ਵੱਡਾ ਬਣਾ ਲਓ, ਡਾਇਰੈਕਸ਼ਨ ਇੱਧਰਲੇ ਪਾਸੇ ਹੋਊਗੀ। ਇਹ ਬਣੇਗਾ 60 sin ਅਲਫਾ। ਇਹ ਸਾਰੇ ਆਪਾਂ ਤੋੜ ਲਏ ਜੀ। ਹੁਣ XY ਕਰ ਰਹੇ ਹਾਂ ਜੀ। ਪਹਿਲਾਂ X ਲੌਂਗ ਦੇਖਦੇ ਹਾਂ ਆਪਾਂ। X ਲੌਂਗ ਕੀ ਆ ਰਿਹਾ? ਮਿਊ ਆਰ। ਇਹੀ ਡਾਇਰੈਕਸ਼ਨ ਜੀ, ਇੱਕ 24 ਆ ਰਹੀ ਹੈ, ਇਹ ਦੋਨੇ ਐਡ ਹੋਣਗੀਆਂ। ਇਹ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ ਆ 60 sin ਅਲਫਾ। ਇਹ ਬੈਲੈਂਸ ਕਰੇਗੀ 60 sin ਅਲਫਾ। ਦੂਜਾ ਹੈਗਾ ਆਪਣੇ ਕੋਲ ਅਪਵਰਡ ਹੈਗੀ ਆ R, ਇੱਧਰ ਕੀ ਹੈਗੀ ਆ 60 cos ਅਲਫਾ। ਜੇ ਦਿਮਾਗ ਲੱਗ ਰਿਹਾ ਹੋਵੇ, ਅਲਫਾ ਅਲਫਾ ਇੱਕ ਵੇਰੀਏਬਲ ਆ, ਮਿਊ ਦੂਜਾ ਆ, ਤਿੰਨ ਅਨਨੋਨ ਨੇ, ਇਹਦੇ 'ਚ ਤਿੰਨ ਨਹੀਂ ਪਤਾ ਹੈਗੇ। ਜੇ ਤਿੰਨ ਅਨਨੋਨ ਨੇ, ਤਿੰਨ ਆਪਾਂ ਲੱਭਣੇ ਤਾਂ ਘੱਟੋ ਘੱਟ ਤਿੰਨ ਇਕੁਏਸ਼ਨ ਬਣਾਉਣੀਆਂ ਆਪਾਂ ਨੇ। ਇਹ ਇਕੁਏਸ਼ਨਸ ਕਿੰਨੀਆਂ ਬਣ ਰਹੀਆਂ? ਦੋ ਨੇ। ਤਾਂ ਹੀ ਕਰਕੇ ਲੱਭਣ ਵਾਸਤੇ ਉਹਨਾਂ ਨੇ ਇੱਕ ਕੰਡੀਸ਼ਨ ਹੋਰ ਦਿੱਤੀ ਹੋਈ ਹੈ। ਉਹ ਕੰਡੀਸ਼ਨ ਕੀ ਹੈ? ਮੈਂ ਡਾਇਗਰਾਮ ਬਣਾ ਰਿਹਾ, ਦੇਖੋ ਧਿਆਨ ਨਾਲ। ਇਹ ਬਲੌਕ ਹੈ ਜੀ ਆਪਣੇ ਕੋਲ। ਇਹ ਅਲਫਾ ਆ ਗਿਆ, ਉਵੇਂ ਨਾਰਮਲ ਡਾਇਰੈਕਸ਼ਨ ਹੈ ਜੀ। ਡਾਇਰੈਕਸ਼ਨ ਸੇਮ ਹੀ ਹੋਊਗੀ, ਬਲੌਕ ਸੇਮ ਹਨ। ਬਲੌਕ ਦਾ ਭਾਰ ਪੈ ਰਿਹਾ, ਬਲੌਕ ਦਾ weight ਸੇਮ ਆ, ਤੇ ਡਾਇਰੈਕਸ਼ਨ ਵੀ ਸੇਮ ਹੋਊਗੀ ਜੀ। ਚਲੋ ਹੁਣ ਦਿੱਤਾ ਕੀ ਹੋਇਆ ਸੈਕਿੰਡ ਪਾਰਟ ਦੇ ਵਿੱਚ, ਮੈਂ ਪੜ੍ਹ ਰਿਹਾ, ਤੁਸੀਂ ਵੀ ਕਾਪੀ 'ਚ ਲਿਖੋ, ਕਾਪੀ ਪੜ੍ਹ ਲਿਓ। ਸਟੇਟਮੈਂਟ ਹੀ ਮੇਨ ਸਮਝਾਉਣੀ ਹੈ। ਸਟੇਟਮੈਂਟ ਕੀ ਹੈ? is on the point of motion up the plane when under influence of 63 ਕਿਲੋਗ੍ਰਾਮ weight। ਜਦੋਂ 63 ਕਿਲੋਗ੍ਰਾਮ weight ਫੋਰਸ ਲਾਈ ਆਪਾਂ ਨੇ, ਹੁਣ ਇਹ ਫੋਰਸ ਜਿਹੜੀ ਹੈਗੀ ਆ, ਬਸ ਇਹ ਜਿਹੜੀ ਬਾਡੀ ਹੈਗੀ ਹੈ ਫੋਰਸ ਲਾਉਣ ਕਰਕੇ ਇਹ ਬਾਡੀ ਉੱਪਰ ਜਾਣ ਨੂੰ ਤਿਆਰ ਆ। ਉੱਪਰ ਜਾਣ ਨੂੰ ਤਿਆਰ ਮਤਲਬ ਜੇ ਥੋੜੀ ਫੋਰਸ ਵਧਾਤੀ ਆਪਾਂ 37 ਕਰਤੀ ਫੋਰਸ, ਇਹ ਬਾਡੀ ਉੱਪਰ ਨੂੰ ਮੂਵ ਕਰ ਜਾਏਗੀ। ਧਿਆਨ ਰੱਖਿਓ, ਇਹ ਉਹ ਫੋਰਸ ਆ ਕਿ ਇਹ ਬਾਡੀ ਨੂੰ ਉੱਪਰ ਲੈ ਕੇ ਜਾ ਰਹੀ ਹੈ। ਇਹ ਉਹ ਫੋਰਸ ਆ ਜਿਹੜੀ ਬਾਡੀ ਨੂੰ ਨੀਚੇ ਆਉਣ ਤੋਂ ਰੋਕ ਰਹੀ ਹੈ। ਇਦਾਂ ਕਹਿ ਲਓ, ਇਹ ਬੈਲੈਂਸ ਕੀਤਾ ਹੈ, ਇਹ ਫੋਰਸ ਉੱਪਰ ਲੈ ਕੇ ਜਾ ਰਹੀ ਹੈ। ਫਿਰ
ਉੱਪਰ ਜਾਂ ਨੀਚੇ ਆਉਣ ਨਾਲ ਕੀ ਫਰਕ ਹੋਊਗਾ, ਉਹ ਗੱਲ ਦੇਖਣੀ ਹੈ। ਇਹ ਬਾਡੀ ਜਿਹੜੀ ਹੈਗੀ ਨੀਚੇ ਆਉਣ ਤੋਂ ਰੋਕ ਰਹੀ ਹੈ, ਮਤਲਬ ਜੇ ਘਟਾਤੀ ਬਾਡੀ ਨੀਚੇ ਆ ਜਾਊਗੀ। ਇਹ ਫੋਰਸ ਜੋ ਹੈ ਇਹ ਬਾਡੀ ਨੂੰ ਉੱਪਰ ਲੈ ਕੇ ਜਾਣ ਨੂੰ ਤਿਆਰ ਆ, ਮਤਲਬ ਜੇ ਫੋਰਸ ਵਧਾਤੀ ਆਪਾਂ ਬਾਡੀ ਉੱਪਰ ਵਗ ਜਾਏਗੀ। ਇਹਦਾ ਕੀ ਫਾਇਦਾ ਆਪਾਂ ਨੂੰ, ਇਹ ਨੀਚੇ ਆ ਰਹੀ ਹੈ ਉੱਪਰ ਆ ਰਹੀ ਹੈ, ਇਹ ਨੀਚੇ ਉੱਪਰ ਦਾ ਫਾਇਦਾ ਇਹ ਆ ਕਿ ਇਸ ਕੇਸ 'ਚ ਆਪਾਂ ਫ੍ਰਿਕਸ਼ਨ ਡਿਸਾਈਡ ਕਰ ਸਕੇ ਫ੍ਰਿਕਸ਼ਨ ਕਿੱਧਰਲੇ ਪਾਸੇ ਲੱਗੂਗੀ। ਹੈ ਫ੍ਰਿਕਸ਼ਨ ਉਹੀ ਹੈ, ਮਤਲਬ ਇਹ ਵੀ ਮੋਸ਼ਨ ਉੱਪਰ ਜਾਣ ਨੂੰ ਤਿਆਰ ਹੀ ਆ, ਤਾਂ ਇਹ ਵੀ ਫ੍ਰਿਕਸ਼ਨ ਦੇ ਬਰਾਬਰ ਹੀ ਹੋਊਗਾ। ਆਪਾਂ ਇਕੁਏਟ ਕਰ ਸਕਦੇ ਹਾਂ, ਜਿਵੇਂ ਨੀਚੇ ਜਾਣ ਨੂੰ ਤਿਆਰ ਆ ਆਪਾਂ ਇਕੁਏਟ ਕਰਤਾ, ਉਵੇਂ ਇਹ ਉੱਪਰ ਜਾਣ ਨੂੰ ਤਿਆਰ ਹੈ, ਇਹ 'ਚ ਵੀ ਇਕੁਏਟ ਕਰ ਸਕਦੇ ਹਾਂ। ਪਰ ਜੇ ਇਹ ਉੱਪਰ ਜਾਣ ਨੂੰ ਤਿਆਰ ਹੈ ਤਾਂ ਇਸ ਕੇਸ 'ਚ ਆਪਾਂ ਫ੍ਰਿਕਸ਼ਨ ਦੀ ਡਾਇਰੈਕਸ਼ਨ ਦੱਸ ਸਕਦੇ ਹਾਂ ਕਿ ਮੋਸ਼ਨ ਇਹਦਾ ਅਪਵਰਡ ਹੋ ਰਿਹਾ, ਫ੍ਰਿਕਸ਼ਨ ਕੀ ਹੋਊਗੀ ਹਮੇਸ਼ਾ ਆਪੋਜ਼ਿਟ ਡਾਇਰੈਕਸ਼ਨ 'ਚ, ਇਹ ਮਿਊ ਆਰ ਹੋਊਗੀ। ਇਹ ਫਰਕ ਪੈ ਗਿਆ। ਇੱਧਰ ਫ੍ਰਿਕਸ਼ਨ ਜੋ ਸੀ ਅਪਵਰਡ ਸੀ, ਕਿਉਂ, ਮੋਸ਼ਨ ਨੀਚੇ ਸੀਗਾ, ਮੋਸ਼ਨ ਨੂੰ ਅਪੋਜ਼ ਕਰੇਗੀ। ਇਹ ਮੋਸ਼ਨ ਨੀਚੇ ਸੀਗਾ, ਹੁਣ ਇਹ ਮੋਸ਼ਨ ਉੱਪਰ ਹੈਗਾ, ਉੱਪਰ ਨੂੰ ਜਾ ਰਿਹਾ, ਫ੍ਰਿਕਸ਼ਨ ਅਪੋਜ਼ ਕਰੇ, ਡਾਇਰੈਕਸ਼ਨ ਚੇਂਜ ਹੋ ਜਾਏਗੀ ਬਸ ਉਹਦੀ। ਇਹ ਫ੍ਰਿਕਸ਼ਨ ਡਾਇਰੈਕਸ਼ਨ ਇੱਧਰਲੇ ਪਾਸੇ ਆ, ਡਾਇਰੈਕਸ਼ਨ ਇੱਧਰ ਹੋ ਜਾਏਗੀ। ਇਹ ਫਰਕ ਹੈ ਇਹਦੇ ਵਿੱਚ। ਹੋਊਗਾ ਫ੍ਰਿਕਸ਼ਨ ਬਰਾਬਰ ਹੀ, ਕਿਉਂਕਿ ਇਹ ਮੋਸ਼ਨ ਚੱਲਣ ਨੂੰ ਤਿਆਰ ਆ, ਇਹ ਵੀ ਚੱਲਣ ਨੂੰ ਤਿਆਰ ਆ, ਇਹ ਵੀ ਚੱਲਣ ਨੂੰ ਤਿਆਰ ਆ, ਇਹ ਨੀਚੇ ਨੂੰ ਤਿਆਰ ਆ, ਤਾਂ ਫ੍ਰਿਕਸ਼ਨ ਦੇਖ ਲਈ ਆਪਾਂ ਨੇ। ਇਹ ਉੱਪਰ ਨੂੰ ਤਿਆਰ ਆ, ਫ੍ਰਿਕਸ਼ਨ ਦੇਖ ਲਈ, ਫ੍ਰਿਕਸ਼ਨ ਇੱਧਰਲੇ ਪਾਸੇ ਹੋ ਗਈ। ਬਸ ਇਹੀ ਫਰਕ ਆ ਇਕੱਲਾ, ਬਾਕੀ ਸਾਰਾ ਉਹੀ ਹੈ ਜੀ। ਇਹ ਐਂਗਲ ਹੋ ਗਿਆ, ਇਹ ਅਲਫਾ ਐਂਗਲ ਹੋਊਗਾ ਜੀ। ਇਹਦੇ ਕੰਪੋਨੈਂਟਸ ਕਰ ਲਏ ਆਪਾਂ, 60 cos ਅਲਫਾ, ਇਹ ਆ ਗਿਆ 60 sin ਅਲਫਾ, ਇਹ ਨੰਬਰਿੰਗ 1 2 ਪਾ ਲਿਓ। ਅੱਗੇ ਇੱਥੋਂ ਦੇਖ ਕੇ ਇਕੁਏਸ਼ਨ ਬਣਾਉਣੇ ਆਪਾਂ। ਦੇਖੋ ਇਹ ਐਕਸ ਐਕਸਿਸ ਲੈ ਲਿਆ ਆਪਾਂ ਨੇ, ਐਕਸ ਪਲੇਨ ਦੇ ਅਲੋਂਗ ਐਕਸ ਐਕਸਿਸ ਮੰਨਣਾ, ਪਲੇਨ ਦੇ ਪਰਪੈਂਡੀਕੂਲਰ ਮੰਨਣੀ ਆਪਾਂ ਵਾਈ ਐਕਸਿਸ। ਹੁਣ ਇੱਧਰਲੇ ਪਾਸੇ ਫੋਰਸ ਕਿਹੜੀ ਆ, 36 ਕੱਲਾ। ਇੱਧਰਲੇ ਪਾਸੇ ਫੋਰਸ ਕਿਹੜੀ ਆ, ਇੱਕ ਮਿਊ ਆਰ ਆ ਰਹੀ ਆ ਜੀ, ਇੱਕ ਆ ਰਹੀ ਆ 60 ਸਾਈਨ ਅਲਫਾ। ਇਹ ਬੈਲੈਂਸ ਕਰ ਰਹੀ ਹੈ। ਉੱਪਰ ਫੋਰਸ ਕੀ ਆ ਰਹੀ ਆ, ਆਰ, ਨੀਚੇ ਫੋਰਸ ਕੀ ਆ, 60 cos ਅਲਫਾ। ਇਹਨੂੰ ਨੰਬਰਿੰਗ ਪਾਉਣ ਦੀ ਲੋੜ ਤਾਂ ਹੈ ਨਹੀਂ, ਬਿਕੋਜ਼ ਸੇਮ ਹੀ ਹੈ। ਚਲੋ ਇਹ ਇਕੁਏਸ਼ਨਾਂ ਬਣ ਗਈਆਂ 1 2 3। ਇਹ ਤਿੰਨਾਂ ਵਿੱਚੋਂ ਆਪਾਂ ਨੂੰ ਕੱਲਾ ਮਿਊ ਕੱਢਣ ਵਾਸਤੇ ਕਿਹਾ ਕਿ ਮਿਊ ਦੱਸੋ ਕਿ ਮਿਊ ਕਿੰਨਾ ਹੋਊਗਾ। ਚਲੋ ਕਰਦੇ ਹਾਂ ਮਿਊ ਕਿਵੇਂ ਕੱਢਣਾ ਆਪਾਂ। ਬਾਕੀ 10th ਲੈਵਲ ਦਾ ਕੁਐਸਚਨ ਹੈ। ਸੋ ਦੇਖੋ ਇਸ ਤੋਂ ਬਾਅਦ ਨੰਬਰਿੰਗ 3 ਵਿੱਚੋਂ ਆਪਾਂ ਮਿਊ ਆਰ ਦੀ ਵੈਲਿਊ ਕੱਢ ਲੈਣੀ। ਮਿਊ ਆਰ ਆ ਗਿਆ ਆਪਣੇ ਕੋਲ 36 ਮਾਈਨਸ 60 ਸਾਈਨ ਅਲਫਾ। ਇਹ ਵੈਲਿਊ ਆਪਾਂ ਨੰਬਰਿੰਗ 1 ਚ ਪੁੱਟ ਕਰ ਦੇਣਾ, ਪੁੱਟ ਇਨ 1 ਚ ਪੁੱਟ ਕੀਤਾ, ਇਹ ਆ ਗਿਆ 36 ਮਾਈਨਸ 60 ਸਾਈਨ ਅਲਫਾ ਪਲੱਸ 24 ਇਕੁਅਲਸ ਟੂ 60 ਸਾਈਨ ਅਲਫਾ। ਨੰਬਰਿੰਗ 1 ਚ ਪੁੱਟ ਕਰਤਾ। ਇੱਥੋਂ ਆ ਗਿਆ 60 ਇਕੁਅਲਸ ਟੂ 120 ਸਾਈਨ ਅਲਫਾ, ਦੇਅਰਫੋਰ ਸਾਈਨ ਅਲਫਾ ਇਜ਼ ਇਕੁਅਲਸ ਟੂ ਹਾਫ ਆ ਗਿਆ। ਇਹ ਬਣੇਗਾ 30 ਡਿਗਰੀ ਐਂਗਲ ਤੇ। ਇੱਥੋਂ ਕੀ ਫਾਇਦਾ ਹੋ ਗਿਆ, ਆਹ ਨੰਬਰਿੰਗ 4 ਪੜ ਗਿਆ। ਹੁਣ ਇੱਥੋਂ ਆਰ ਨਿਕਲ ਜਾਏਗਾ, ਦੇਅਰਫੋਰ 2 ਬਿਕਮਸ, 2 ਚ ਭਰ ਦੋ, 2 ਬਿਕਮਸ R equal to 60 cos 30, cos 30 रूट 3 बाई 2 हो गया, 60 इंटू रूट 3 बाई 2, ये आ गया 30 रूट 3। बाकी सिंपल 10th लैवल का सॉल्व कर रहे हैं आप। हुण ये वैल्यू नंबरिंग 4 च भर लो। इत्थों अल्फा पता आपां नूं जी, आर पता, इत्थों म्यू निकल जाएगा, म्यू आपां फाइंड करना। Therefore 4 becomes, चौथी भरे अपने म्यू हैगा अपने को फाइंड करना जी, आर हैगा 30 रूट 3, 36 माइनस 60, अल्फा हैगा 30 साइन 30, ये आ गया 30 माइनस 36 सी सॉरी 60 हाफ हो गया जी, ये बन गया 36 माइनस 36 आ गया। देयरफॉर म्यू आ गया अपने को 6/30 रूट 3, ये कट गया 5।
1/5√3 ਇਹ ਆਪਣੇ ਕੋਲ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਆ ਜਾਏਗਾ। ਚਲੋ ਠੀਕ ਹੈ ਜੀ, ਫਿਲਹਾਲ ਆਪਾਂ ਆਹ ਕੁਐਸਚਨ ਧਿਆਨ ਨਾਲ ਦੇਖ ਲਿਓ। ਇਹ ਉੱਪਰ ਬੇਸਡ ਆਪਾਂ ਹੋਰ ਨੁਮੈਰੀਕਲ ਨੈਕਸਟ ਲੈਕਚਰ ਵਿੱਚ ਕਰਾਂਗੇ ਜੀ। ਕੋਈ ਪ੍ਰੋਬਲਮ ਹੋਈ ਤਾਂ ਪੁੱਛ ਲਿਓ ਜੀ। ਥੈਂਕ ਯੂ।